6 ਵਜੇ ਤੱਕ ਵੋਟਾਂ ਪਾਈਆਂ ਜਾ ਸਕਦੀਆਂ ਨੇ। ਕਾਬਲੇ ਗੌਰ ਵੀ ਹੈ ਕਿ ਜਿਹੜੇ 6 ਵਜੇ ਤੱਕ ਲਾਈਨ ਦੇ ਵਿੱਚ ਲੱਗੇ ਹੋਣਗੇ ਉਹ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕਣਗੇ। ਤਾਂ 5:30 ਕਰੀਬ ਹੋ ਚੁੱਕੇ ਨੇ ਔਰ ਐਗਜ਼ੈਕਟਲੀ 31 ਮਿੰਟ ਤੁਹਾਡੇ ਕੋਲ ਹੋਰ ਨੇ 31 ਮਿੰਟਸ ਕਿ ਤੁਸੀਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕਦੇ ਹੋ। 6 ਵਜੇ ਤੱਕ ਹੀ VOTING ਹੋਣੀ ਹੈ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਔਰ ਕਰੀਬ 10 ਘੰਟੇ ਦੇ ਵਿੱਚ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਾ ਹੁੰਦਾ। 3 ਵਜੇ ਤੱਕ ਦੇ ਅੰਕੜੇ ਆ ਚੁੱਕੇ ਨੇ। 5 ਵਜੇ ਤੱਕ ਦੇ ਅੰਕੜੇ ਕੁਝ ਹੀ ਪਲਾਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਸਾਡੇ ਤੱਕ ਪਹੁੰਚਣਗੇ ਔਰ ਕਲੀਅਰ ਹੋਏਗੀ ਪਿਕਚਰ ਕਿ ਕਿਸ ਰਫ਼ਤਾਰ ਦੇ ਨਾਲ 3 ਵਜੇ ਤੋਂ ਬਾਅਦ VOTING ਅੱਗੇ ਵਧੀ ਹੈ। ਤਾਂ 3 ਵਜੇ ਤੱਕ ਤਾਂ ਕਰੀਬ 40-42% ਵੋਟਾਂ ਪੈ ਚੁੱਕੀਆਂ ਸੀ ਵੱਖ-ਵੱਖ ਥਾਵਾਂ ਦੇ ਉੱਤੇ ਔਰ ਕੁਝ ਥਾਵਾਂ ਤਾਂ 44% ਵੀ VOTING ਹੋਈ ਹੈ। ਤਾਂ ਇਸ ਸਭ ਦੇ ਵਿਚਾਲੇ ਸਾਡੇ ਕੋਲ 5 ਵਜੇ ਤੱਕ ਦਾ ਵੀ ਅੰਕੜਾ ਆ ਚੁੱਕਿਆ ਹੈ ਕਿ 5 ਵਜੇ ਤੱਕ ਵੋਟਾਂ ਕਿੰਨੀਆਂ ਪਈਆਂ ਨੇ। ਕੁਝ ਹੀ ਪਲਾਂ 'ਚ ਅਪਡੇਟ ਹੋਏਗੀ ਸਕਰੀਨ ਦੇ ਉੱਤੇ ਆਏਗਾ ਅੰਕੜਾ। ਤੁਹਾਨੂੰ ਦੱਸ ਦਈਏ ਕਿ 50% ਤੋਂ ਜ਼ਿਆਦਾ VOTING ਦਾ ਅੰਕੜਾ ਪਾਰ ਕਰ ਚੁੱਕਿਆ 5 ਵਜੇ ਤੱਕ ਔਰ ਆਖਰੀ ਘੰਟੇ ਦੇ ਵਿੱਚ ਕਿੰਨੀਆਂ ਵੋਟਾਂ ਪੈਂਦੀਆਂ ਨੇ, ਹੁਣ ਆਖਰੀ ਅੱਧੇ ਘੰਟੇ 'ਚ ਕਿੰਨੀਆਂ ਵੋਟਾਂ ਪੈਂਦੀਆਂ ਨੇ ਉਸ ਦੇ ਉੱਤੇ ਨਜ਼ਰ ਰਹੇਗੀ। 6 ਵਜੇ ਤੋਂ ਬਾਅਦ ਲਾਈਨਾਂ ਦੇ ਵਿੱਚ ਲੱਗੇ ਲੋਕ ਵੋਟ ਹੱਕ ਦਾ ਇਸਤੇਮਾਲ ਕਰ ਸਕਣਗੇ। 6 ਵਜੇ ਤੱਕ VOTING ਹੋਣੀ ਹੈ। ਜੇਕਰ ਹੁਣ ਵੀ ਤੁਸੀਂ ਵੋਟ ਨਹੀਂ ਕੀਤਾ ਤਾਂ ਨਿਕਲੋ ਕਰੋ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਜ਼ਰੂਰ ਪਹੁੰਚੋ ਪੋਲਿੰਗ ਬੂਥ ਤੱਕ। ਸਾਡੇ ਕੋਲ ਜੋ ਜਾਣਕਾਰੀ ਆ ਰਹੀ ਹੈ 5 ਵਜੇ ਤੱਕ ਦਾ ਅੰਕੜਾ ਆ ਚੁੱਕਿਆ। 5 ਵਜੇ ਤੱਕ 50% VOTING 50.27% VOTING ਹੋਈ ਹੈ ਜਲੰਧਰ ਲੋਕ ਸਭਾ ਦੇ ਵਿੱਚ ਔਰ ਕਾਬਲੇ ਗੌਰ ਹੈ ਕਿ ਥੋੜੀ ਰਫ਼ਤਾਰ ਘਟੀ ਹੈ। 3 ਵਜੇ ਤੋਂ ਬਾਅਦ 5 ਵਜੇ ਤੱਕ 2 ਘੰਟਿਆਂ ਦੇ ਵਿੱਚ ਕਰੀਬ 9-10% ਵੋਟ ਪਈ ਹੈ। 10% ਹੀ ਵੋਟ ਪਈ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ 3 ਤੋਂ 5 ਤੱਕ ਜਿਹੜੇ 2 ਘੰਟੇ ਸੀ ਉੱਥੇ VOTING ਦੀ ਰਫ਼ਤਾਰ ਥੋੜੀ ਜਿਹੀ ਘਟੀ ਹੈ ਤੇ ਉਸ ਤੋਂ ਬਾਅਦ ਕਿਉਂਕਿ ਗਰਮੀ ਹੋ ਜਾਂਦੀ ਹੈ 2, 3, 4 ਇਹ ਪੂਰਾ ਪੀਕ ਟਾਈਮ ਹੁੰਦਾ ਗਰਮੀ ਦਾ ਜਦੋਂ ਦਿਨ ਦੇ ਵਿੱਚ ਮਈ ਦਾ ਮਹੀਨਾ ਹੈ ਤਾਂ ਇਸ ਕਰਕੇ ਉਮੀਦ ਹੈ ਕਿ 5 ਤੋਂ 6 ਵਜੇ ਦਾ ਜਿਹੜਾ ਟਾਈਮ ਹੈ 1 ਘੰਟਾ ਆਖਰੀ ਇਸ ਦੇ ਵਿੱਚ ਵੋਟਰ ਜ਼ਿਆਦਾ ਨਿਕਲਣਗੇ ਤੇ VOTING ਪਰਸੈਂਟੇਜ 60 ਨੂੰ ਟੱਚ ਕਰੇਗੀ। ਕਰੀਬ 60 ਦੇ ਨੇੜੇ ਪਹੁੰਚ ਜਾਏਗੀ। 2019 ਦੇ ਇਲੈਕਸ਼ਨ ਦਾ ਅਸੀਂ ਜ਼ਿਕਰ ਕਰੀ ਜਾਂ ਕਰੀਬ 62% ਵੋਟਾਂ ਪਈਆਂ ਸੀ ਜਲੰਧਰ ਦੇ ਵਿੱਚ ਜਲੰਧਰ ਲੋਕ ਸਭਾ ਦੀ ਸੀਟ ਦੇ ਲਈ ਔਰ ਹੁਣ ਜੇ ਦੇਖਿਆ ਜਾਵੇ ਤਾਂ 5 ਵਜੇ ਤੱਕ ਦਾ ਅੰਕੜਾ ਆ ਚੁੱਕਿਆ 50.27% 50% VOTING ਹੋਈ ਹੈ 5 ਵਜੇ ਤੱਕ ਔਰ 6 ਵਜੇ ਤੱਕ VOTING ਕਿੰਨੀ ਹੁੰਦੀ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ 7-8% ਹੋਰ ਵਧੇਗੀ 1 ਘੰਟੇ ਦੇ ਵਿੱਚ VOTING ਕਿਉਂਕਿ ਜਿਹੜਾ ਆਖਰੀ 1 ਆ ਰਿਹਾ 1 ਘੰਟਾ ਹੈ ਉਸ ਦੇ ਵਿੱਚ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਅੰਕੜਾ ਦਾ ਜ਼ਿਕਰ ਕਰ ਰਹੇ ਹਾਂ ਕਿ 5 ਤੋਂ 6 ਦੇ ਵਿੱਚ ਮੌਸਮ ਥੋੜਾ ਜਿਹਾ ਠੰਡਾ ਹੈ ਇਸ ਸਮੇਂ ਔਰ ਇਸ ਕਰਕੇ ਵੋਟਾਂ ਦੀ ਗਿਣਤੀ ਵੱਧ ਸਕਦੀ ਹੈ। ਵੋਟਰ ਜ਼ਿਆਦਾ ਘਰੋਂ ਨਿਕਲਣਗੇ। ਆਮ ਤੌਰ ਤੇ ਆਪਾਂ ਜਦੋਂ ਘਰੋਂ ਦੁਪਹਿਰੇ ਕਿਤੇ ਜਾਣਾ ਹੋਵੇ ਤਾਂ ਫਿਰ ਆਪਾਂ ਗੱਲ ਕਰਦੇ ਹਾਂ ਕਿ ਕੋਈ ਗੱਲ ਨਹੀਂ 2 ਘੰਟੇ ਰੁਕ ਜਾਓ ਫਿਰ ਚੱਲਦੇ ਹਾਂ ਜਾਂ ਹੋਰ ਘੰਟਾ ਰੁਕ ਜਾਓ ਥੋੜੀ ਧੁੱਪ ਮੱਧਮ ਹੋ ਜਾਵੇ ਥੋੜੀ ਜਿਹੀ ਗਰਮੀ ਘਟ ਜਾਏ ਸਿੱਧੀ ਧੁੱਪ ਦੇ ਵਿੱਚ ਨਿਕਲਣਾ ਮੁਸ਼ਕਿਲ ਨਾ ਹੋਵੇ ਆਪਾਂ 5 ਵਜੇ ਚੱਲਾਂਗੇ। ਤਾਂ ਜਿਹੜੇ ਇਹ ਸੋਚ ਕੇ ਬੈਠੇ ਹੋਏ ਸੀ ਕਿ 5 ਵਜੇ ਚੱਲਾਂਗੇ ਤਾਂ ਉਹ 5 ਵਜੇ ਵਾਲੇ ਵੋਟਰਾਂ ਦਾ ਵੀ ਇੰਤਜ਼ਾਰ ਪੋਲਿੰਗ ਬੂਥ ਜ਼ਰੂਰ ਕਰ ਰਿਹਾ ਕਿ ਤੁਸੀਂ ਵੀ ਪਹੁੰਚੋ ਆਪਣੀ ਵੋਟ ਹੱਕ ਦਾ ਇਸਤੇਮਾਲ ਕਰੋ। 5 ਵਜੇ ਤੱਕ 50.27% VOTING ਹੋਈ ਹੈ ਤਾਂ VOTING ਦਾ ਆਖਰੀ ਅੱਧਾ ਘੰਟਾ ਇਸ ਸਮੇਂ ਚੱਲ ਰਿਹਾ 5:30 ਤੋਂ 6 ਵਜੇ ਦਾ। ਜੇਕਰ ਤੁਸੀਂ ਜਾ ਕੇ ਇੱਕ ਵਾਰ ਲਾਈਨ 'ਚ ਲੱਗ ਗਏ 5 ਮਿੰਟ ਪਹਿਲਾਂ ਵੀ ਪਹੁੰਚ ਕੇ ਲਾਈਨ 'ਚ ਲੱਗ ਕੇ ਤਾਂ ਤੁਹਾਨੂੰ ਵੋਟ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਉੱਥੇ ਦਿੱਤੀ ਜਾਵੇਗੀ। 6 ਵਜੇ ਤੋਂ ਬਾਅਦ ਪਹੁੰਚੇ ਫਿਰ ਮੁਸ਼ਕਿਲ ਹੈ ਫਿਰ ਨਹੀਂ ਤੁਸੀਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕੋਗੇ। ਆਮ ਤੌਰ ਤੇ ਜਿਹੜੇ ਪੋਲਿੰਗ ਬੂਥ ਬਣਾਏ ਜਾਂਦੇ ਨੇ ਕਈ ਸਕੂਲਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਂ ਕੋਈ ਹੋਰ ਜਿਹੜੀਆਂ ਆਫੀਸ਼ੀਅਲ ਬਿਲਡਿੰਗਸ ਹੁੰਦੀਆਂ ਨੇ ਉੱਥੇ ਬਣਾਏ ਜਾਂਦੇ ਨੇ ਤਾਂ ਉਸ ਦਾ ਅਸਰ ਇਸ ਤਰੀਕੇ ਨਾਲ ਨਜ਼ਰ ਆਉਂਦਾ ਹੈ ਕਿ ਗੇਟ ਬੰਦ ਕਰ ਲਏ ਜਾਂਦੇ ਨੇ 6 ਵਜੇ ਤਾਂ ਜਿਹੜੇ ਲੋਕ ਅੰਦਰ ਸੀ ਔਰ ਲਾਈਨ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਨੂੰ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ। ਹੁਣ 6 ਵਜੇ ਤੋਂ ਬਾਅਦ ਤੁਸੀਂ ਪਹੁੰਚੇ ਗੇਟ ਬੰਦ ਹੋ ਗਿਆ ਫਿਰ ਗੱਲ ਨਹੀਂ ਬਣਨੀ। ਇਸ ਕਰਕੇ ਪਹਿਲਾਂ ਹੀ ਨਿਕਲ ਜਾਓ ਲਾਈਨ ਦੇ ਵਿੱਚ ਘੱਟੋ ਘੱਟ ਲੱਗ ਜਾਓ ਜਾਂ ਸਕੂਲ ਦੇ ਜਿੱਥੇ ਵੀ ਅਦਾਰਾ ਜਿੱਥੇ VOTING ਇਸ ਸਮੇਂ ਹੋ ਰਹੀ ਹੈ ਉੱਥੇ ਐਂਟਰ ਕਰ ਜਾਓ ਅੰਦਰ ਚਲੇ ਜਾਓ। ਔਰ ਕੁਝ ਇਸ ਤਰੀਕੇ ਦਾ ਹੀ ਸੰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਵੀ ਦੇ ਰਹੇ ਨੇ। ਉਹ ਵੀ ਚਾਹੁੰਦੇ ਨੇ ਕਿ ਪੰਜਾਬ ਦੇ ਲੋਕ ਬਾਹਰ ਨਿਕਲਣ ਤੇ ਵੋਟ ਕਰਨ। ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਸੀਐਮ ਦਾ ਟਵੀਟ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਲਿਖ ਰਹੇ ਨੇ ਕਿ ਸ਼ਾਮ ਦੇ 6 ਵਜੇ ਤੱਕ VOTING ਦਾ ਮਤਲਬ ਹੈ ਕਿ ਜੋ ਵੀ ਵੋਟਰ 6 ਵਜੇ ਤੱਕ ਪੋਲਿੰਗ ਸਟੇਸ਼ਨ ਦੇ ਉੱਤੇ ਲਾਈਨ ਦੇ ਵਿੱਚ ਲੱਗ ਗਏ ਉਹਨਾਂ ਦੀ ਵੋਟ ਜ਼ਰੂਰ ਪਵੇਗੀ ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗੇ। ਇਸ ਕਰਕੇ ਆਖਰੀ ਘੰਟੇ ਦੇ ਵਿੱਚ ਪੋਲਿੰਗ ਬੂਥ ਦੇ ਉੱਤੇ ਪਹੁੰਚ ਕੇ ਇਤਿਹਾਸ ਦਾ ਹਿੱਸਾ ਬਣੋ। ਇਨਕਲਾਬ ਜ਼ਿੰਦਾਬਾਦ ਇਹ ਮੁੱਖ ਮੰਤਰੀ ਨੇ ਟਵੀਟ ਦੇ ਵਿੱਚ ਲਿਖਿਆ ਤਾਂ ਜੋ ਅਸੀਂ ਜ਼ਿਕਰ ਕਰ ਰਹੇ ਸੀ ਅਸੀਂ ਵਾਰ-ਵਾਰ ਤੁਹਾਨੂੰ ਵੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ। ਕਈ ਵਾਰ ਆਪਾਂ ਨੂੰ ਲੱਗਦਾ ਕਿ ਹੁਣ ਤਾਂ 5:35 ਹੋ ਗਏ ਹੁਣ ਤਾਂ 5:40 ਹੋ ਗਏ ਮੈਂ ਪਹੁੰਚੂਗਾ ਤਾਂ ਉੱਥੇ 6 ਵਜੇ ਨੂੰ 6 ਹੀ ਵੱਜ ਜਾਣੇ ਆ ਜਾਂ 6 ਨੂੰ 1-2 ਮਿੰਟ ਹੀ ਬਾਕੀ ਹੋਣਗੇ ਤਾਂ ਮੁਸ਼ਕਿਲ ਹੋਊਗੀ ਮੇਰੀ ਵੋਟ ਨਹੀਂ ਪੈਣੀ। ਤਾਂ ਇਹੀ ਸੀਐਮ ਕਹਿ ਰਹੇ ਨੇ ਕਿ ਜੇਕਰ ਤੁਸੀਂ ਇੱਕ ਵਾਰ ਜਾ ਕੇ ਲਾਈਨ ਦੇ ਵਿੱਚ ਲੱਗ ਗਏ ਤਾਂ ਫਿਰ ਤੁਸੀਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕੋਗੇ। ਚਿੰਤਾ ਨਾ ਕਰੋ ਜੇ ਤੁਸੀਂ ਇੱਕ ਵਾਰ ਪਹੁੰਚ ਗਏ ਜਿਵੇਂ ਆਪਾਂ ਸਕੂਲ ਹੁੰਦਾ ਕੋਈ ਸਕੂਲ ਦੇ ਗੇਟ ਦੇ ਅੰਦਰ ਚਲੇ ਗਏ ਤਾਂ ਫਿਰ ਤੁਹਾਡਾ ਵੋਟ ਜ਼ਰੂਰ ਪੋਲ ਹੋਏਗਾ ਵੈਲਿਡ ਹੋਣਾ ਚਾਹੀਦਾ
ਔਰ ਉਸ ਵੋਟ ਹੱਕ ਦਾ ਤੁਸੀਂ ਇਸਤੇਮਾਲ ਕਰ ਸਕੋਗੇ। ਮੁੱਖ ਮੰਤਰੀ ਦੇ ਵੱਲੋਂ ਵੀ ਇਹੀ ਜ਼ਿਕਰ ਕੀਤਾ ਗਿਆ ਕਿ ਆਖਰੀ ਅੱਧਾ ਘੰਟਾ ਤੁਸੀਂ ਆਪਣੇ ਪੋਲਿੰਗ ਬੂਥ ਦੇ ਉੱਤੇ ਜਾ ਕੇ ਇਤਿਹਾਸ ਦਾ ਹਿੱਸਾ ਬਣੋ। ਇਹ ਸੀਐਮ ਕਹਿ ਰਹੇ ਨੇ, ਸੀਐਮ ਇਹ ਵੀ ਕਹਿ ਰਹੇ ਨੇ। ਆਖਰ ਦੇ ਵਿੱਚ ਉਹਨਾਂ ਨੇ ਲਿਖਿਆ ਇਨਕਲਾਬ ਜ਼ਿੰਦਾਬਾਦ। ਔਰ ਸ਼ਾਮ 6 ਵਜੇ ਤੱਕ VOTING ਦਾ ਮਤਲਬ ਹੈ ਕਿ ਜੇਕਰ 6 ਵਜੇ ਤੱਕ ਜਾ ਕੇ ਤੁਸੀਂ ਲਾਈਨ ਦੇ ਵਿੱਚ ਲੱਗ ਗਏ ਤਾਂ ਫਿਰ ਤੁਸੀਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕੋਗੇ। ਤਾਂ ਜਲੰਧਰ ਬਾਈ ਇਲੈਕਸ਼ਨ ਇਸ ਵਾਰੀ ਸਿਆਸੀ ਪਾਰਟੀਆਂ ਦੇ ਲਈ ਨੱਕ ਦਾ ਸਵਾਲ ਤਾਂ ਜ਼ਰੂਰ ਬਣੇ ਹੋਏ ਨੇ। ਹੁਣ ਤਾਂ VOTING ਵਾਲਾ ਕੰਮ ਵੀ ਤਕਰੀਬਨ ਮੁਕੰਮਲ ਹੋ ਚੁੱਕਿਆ ਹੈ। ਇੰਤਜ਼ਾਰ ਸ਼ਨੀਵਾਰ ਦਾ ਹੋਏਗਾ ਜਦੋਂ ਨਤੀਜੇ ਅਨਾਉਂਸ ਕੀਤੇ ਜਾਂਦੇ ਨੇ। ਪਰ ਉਸ ਤੋਂ ਪਹਿਲਾਂ ਦਾਅਵੇ ਬਹੁਤ ਸਾਰੇ ਨੇ। 4 ਵੱਡੇ ਚਿਹਰਿਆਂ ਦੇ ਵਿਚਾਲੇ ਮੁਕਾਬਲਾ ਦੱਸਿਆ ਜਾ ਰਿਹਾ ਹੈ। ਇੱਕ ਪਾਸੇ ਨੇ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ, ਕਰਮਜੀਤ ਕੌਰ ਨੇ ਕਾਂਗਰਸ ਦੇ, ਉਸ ਤੋਂ ਬਾਅਦ BJP ਦੇ ਇੰਦਰ ਇਕਬਾਲ ਸਿੰਘ ਤੇ ਇਸ ਦੇ ਨਾਲ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਡਾਕਟਰ ਸੁਖਵਿੰਦਰ ਸੁਖੀ ਜੋ ਬੰਗਾ ਤੋਂ ਵਿਧਾਇਕ ਵੀ ਨੇ। ਤਾਂ ਇਹਨਾਂ ਨੂੰ ਮੁਕਾਬਲੇ ਦੇ ਵਿੱਚ, ਇਹ ਮੁੱਖ ਮੁਕਾਬਲੇ ਦੇ ਤੌਰ ਦੇ ਉੱਤੇ ਇਹਨਾਂ ਨੂੰ ਦੇਖਿਆ ਜਾ ਰਿਹਾ ਹੈ। ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਨੇ ਤੇ ਹੋਰ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਤਾਂ ਦਰਮਿਆਨ 4 ਵੱਡੇ ਚਿਹਰਿਆਂ ਦੇ ਦਰਮਿਆਨ ਇਹ ਮੁਕਾਬਲਾ ਹੈ। ਤੁਹਾਨੂੰ ਸੁਣਾਉਂਦੇ ਹਾਂ ਕਿ ਉਹਨਾਂ ਦੇ ਵੱਲੋਂ ਕੀ ਕੁਝ ਦਾਅਵੇ ਕੀਤੇ ਜਾ ਰਹੇ। ਜਲੰਧਰ ਦੇ ਵਿੱਚ ਜਿਹੜੇ ਸਮਾਰਟ ਸਿਟੀ ਦੇ ਜਿਹੜੇ ਕੰਮ ਹੈ ਉਹ ਰੁਕੇ ਪਏ ਆ। ਇਹਨਾਂ ਸਾਰਿਆਂ ਨੂੰ ਸ਼ੁਰੂ ਕਰਨਾ ਜਿਹੜੀ ਹੈ ਮੇਰੀ ਪ੍ਰਾਇੋਰਟੀ ਹੋਏਗੀ। ਪਰ ਤੁਸੀਂ ਸਮਝਦੇ ਹੋ ਅੱਜ ਜਿਹੜੇ ਜਲੰਧਰ ਦੇ ਲੋਕ ਵੋਟ ਪਾਉਣ ਜਾ ਰਹੇ ਨੇ, ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦਾ ਸਿਆਸੀ ਮੌਸਮ ਕੀ ਹੋਏਗਾ ਉਹ ਤੈਅ ਹੋਏਗਾ। ਪੂਰੇ ਪੰਜਾਬ ਦਾ ਸਿਆਸੀ ਮੌਸਮ ਦੇਖੋ, ਹਜੇ ਚੋਣਾਂ ਦੂਰ ਹੈ, 24 ਵੀ ਹਜੇ ਸਾਲ ਪਿਆ, 27 ਹਜੇ ਦੂਰ ਹੈ। ਤਾਂ ਮੈਂ ਸਮਝਦਾ ਕਿ ਲੋਕ ਜਿਹੜੇ ਆ ਮਨ ਬਣਾ ਚੁੱਕੇ ਆ। 1 ਮਹੀਨੇ ਦੀ ਜਿਸ ਤਰੀਕੇ ਦੇ ਨਾਲ ਅਸੀਂ ਕੈਂਪੇਨ ਚਲਾਈ ਹੈ, ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ, ਸਰਦਾਰ ਭਗਵੰਤ ਮਾਨ ਸਾਹਿਬ, ਜਿਹੜੇ ਹਰ ਗਲੀ ਜਿਨ੍ਹਾਂ ਨੇ ਜਾ ਕੇ ਪਿੰਡ ਜਾ ਕੇ ਜਿਨ੍ਹਾਂ ਨੇ ਕੈਂਪੇਨ ਕੀਤੀ ਹੈ, ਲੋਕਾਂ ਦਾ ਮਨ ਬਣਿਆ ਹੋਇਆ। ਲੋਕ ਆਮ ਆਦਮੀ ਪਾਰਟੀ ਨੂੰ ਹੈ ਜਿਹੜਾ ਲੋਕ ਸਭਾ ਦੇ ਵਿੱਚ ਵੀ ਲੈ ਕੇ ਜਾਣਾ ਚਾਹੁੰਦੇ। ਸੱਤਾਧਰ ਪੰਜਾਬ ਦੀ ਜਿਹੜੀ ਆ ਉਹਨਾਂ ਦਾ ਉਮੀਦਵਾਰ ਖੜਾ। ਤੁਹਾਡੇ ਸਾਹਮਣੇ ਕੇਂਦਰ ਦੇ ਵਿੱਚ ਸਰਕਾਰ ਹੈ BJP, ਉਹਨਾਂ ਦਾ ਉਮੀਦਵਾਰ ਖੜਾ। ਤੁਹਾਡੇ ਸਾਹਮਣੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਜਿਨ੍ਹਾਂ ਦੇ ਇੱਥੇ ਵੱਡਾ ਵੋਟ ਬੈਂਕ ਆ ਉਹ ਖੜਾ। ਲੋਕ ਫਿਰ ਉਹਨਾਂ ਦੇ ਵਿੱਚੋਂ ਤੁਹਾਨੂੰ ਕਿਉਂ ਚੁਣ ਲੈਣ? ਦੇਖੋ, ਤੁਸੀਂ ਇਸ ਗੱਲ ਨੂੰ ਤਾਂ ਸਮਝਦੇ ਹੋ ਨਾ ਕਿ ਸਾਡਾ ਡੈਮੋਕ੍ਰੈਟਿਕ ਸੈਟਅਪ ਹੈ। ਇਹਦੇ 'ਚ ਇੱਕ ਫੰਡਾਮੈਂਟਲ ਰਾਈਟ ਹੈ ਕਿ ਤੁਸੀਂ ਕਿਸ ਵਿਚਾਰਧਾਰਾ ਦੀ ਪਾਰਟੀ ਨੂੰ ਆਪਣਾ ਵੋਟ ਦਿੰਦੇ ਹੋ, ਸਪੋਰਟ ਦਿੰਦੇ ਹੋ, ਜਾਂ ਚਾਹੁੰਦੇ ਹੋ ਕਿ ਉਹਦੀ ਸਰਕਾਰ ਸਾਡੇ ਤੇ ਰਾਜ ਕਰੇ। ਉਹਨਾਂ ਦੀ ਪਰਫਾਰਮੈਂਸ ਤੇ ਡਿਪੈਂਡ ਕਰਦਾ ਹੈ ਔਰ ਹਰ ਵਿਅਕਤੀਗਤ ਲੈਵਲ ਤੇ ਇੱਕ ਇੰਡੀਵਿਜੂਅਲ ਦਾ ਇਹ ਰਾਈਟ ਵੀ ਹੈ। ਔਰ ਮੈਂ ਸਿਰਫ ਇਹ ਕਹਿਣਾ ਚਾਹਾਂਗੀ ਕਿ ਲੋਕ ਬੜੇ ਸਿਆਣੇ ਹਨ, ਔਰ ਖਾਸ ਤੌਰ ਤੇ ਦੁਆਬੇ ਔਰ ਸਾਡੇ ਜਲੰਧਰ ਵਾਸੀ, ਉਹ ਸਾਰੀ ਇਹ ਰਵਾਇਤੀ ਪਾਰਟੀਆਂ ਦੇ ਜਿਨ੍ਹਾਂ ਦੀ ਲੰਬੀ ਪਰਫਾਰਮੈਂਸਿਸ ਰਹੀਆਂ ਨੇ, ਉਹਨਾਂ 'ਚ ਕਾਂਗਰਸ ਵੀ ਹੈ ਔਰ ਉਹਨਾਂ ਦੇ ਕੈਂਡੀਡੇਟ ਵੀ ਨੇ। ਲੇਕਿਨ ਜੋ ਪ੍ਰਾਇੋਰਟੀਜ਼ ਹਨ, ਮੈਂ ਮਹਿਲਾ ਹਾਂ, ਮਹਿਲਾ ਵਰਗ ਦੇ ਉਤਥਾਨ ਲਈ ਜੋ ਵੀ ਕਰਨਾ ਚਾਹੀਦਾ ਹੈ ਔਰ ਜੋ ਮੈਂ ਮਹਿਸੂਸ ਕਰਦੀ ਹਾਂ ਉਹ ਮੈਂ ਕਰਨ ਨੂੰ ਪਹਿਲ ਦਵਾਂਗੀ। ਐਜੂਕੇਸ਼ਨ ਮੇਰਾ ਧਰਮ ਬਣਿਆ ਰਿਹਾ ਹੈ, ਮੇਰਾ ਕਿੱਤਾ ਵੀ ਹੈ ਔਰ ਮੇਰਾ ਸ਼ੌਕ ਵੀ ਹੈ। ਮੈਂ ਮਹਿਲਾਵਾਂ ਦੇ ਲਈ ਖਾਸ ਤੌਰ ਤੇ ਕੰਮ ਕੀਤਾ ਹੈ ਔਰ ਮੈਂ ਚਾਹਾਂਗੀ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਹੋਰ ਕੰਮ ਕੀਤਾ ਜਾਵੇ। ਇੱਕ ਆਖਰੀ ਸਵਾਲ ਕਿ ਤੁਸੀਂ ਆਪ ਦਾ ਦਾਅਵਾ ਕਰ ਰਹੇ ਹੋ ਕਿ ਮੈਂ ਜਿੱਤ ਰਹੀ ਹਾਂ, ਹਰੇਕ ਉਮੀਦਵਾਰ ਇੱਥੇ ਅੱਜ ਦਾਅਵਾ ਕਰ ਰਿਹਾ, ਪਰ ਤੁਹਾਨੂੰ ਕੀ ਲੱਗਦਾ ਤੁਹਾਡਾ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ? ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਪੰਜਾਬ ਦੀ ਸੱਤਾ ਧਿਰ ਜਾਂ ਕੇਂਦਰ ਵਾਲੀ BJP ਪਾਰਟੀ ਜਾਂ ਅਕਾਲੀ ਦਲ, ਕਿਹਨੂੰ ਦੇਖਦੇ ਹੋ ਮੁਕਾਬਲੇ 'ਚ? ਦੇਖੋ, ਮੈਂ 2 ਗਵਰਨਮੈਂਟਸ ਨਾਲ ਦੇ ਨੁਮਾਇੰਦਿਆਂ ਨਾਲ ਲੜ ਰਹੀ। ਇੱਕ ਸੈਂਟਰ ਦੀ ਗਵਰਨਮੈਂਟ ਹੈ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਔਰ ਇੱਕ ਨਾਲ 2 CM ਨੇ ਜੀ। ਇੱਕ ਦਿੱਲੀ ਦੇ CM ਸਕਰੀਏ ਨੇ ਜੀ ਔਰ ਇੱਕ ਸਾਡੇ ਪੰਜਾਬ ਦੀ ਜਿਹੜੀ ਆਪ ਦੀ ਸਰਕਾਰ ਹੈ ਉਹ ਸਕਰੀ ਹੈ। ਤੇ ਮੇਰੀ ਤਾਂ ਇਹਨਾਂ ਤਰ੍ਹਾਂ ਨਾਲ ਲੜਾਈ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਮਿਹਨਤ ਦੇ ਨਾਲ ਸਾਡੀ ਪਾਰਟੀ ਔਰ ਮੈਂ ਮਿਹਨਤ ਕਰਕੇ ਇਸ ਕੈਂਪੇਨ ਨੂੰ ਕੀਤਾ ਹੈ, ਉਹਦੇ ਨਤੀਜੇ ਵੀ 13 ਨੂੰ ਸੁਖਾਵੇਂ ਆਣਗੇ, ਵਧੀਆ ਆਣਗੇ। ਤਾਂ ਕਰਮਜੀਤ ਕੌਰ ਚੌਧਰੀ ਹੋਣੀ ਪੂਰੇ ਆਸਵੰਦ ਨੇ, ਕਹਿੰਦੇ ਨੇ ਕਿ ਮੁਕਾਬਲੇ 'ਚ ਕਹਿੰਦੇ ਨੇ ਕਿ ਇਸ ਵਾਰ ਵੀ ਅਸੀਂ ਬਾਜੀ ਮਾਰਾਂਗੇ। ਕੈਮਰਾਮੈਨ ਸੁਖਜਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਫਲੋਰ, ਜਲੰਧਰ।